ਅੱਜ ਦਾ ਲੈਕਚਰ ਬੰਦਾ ਸਿੰਘ ਬਹਾਦਰ ਦੁਆਰਾ ਸਿੱਖ ਸਾਮਰਾਜ ਨੂੰ ਐਸਟੈਬਲਿਸ਼ ਕਰਨਾ, ਕਿਵੇਂ ਉਹਨਾਂ ਨੇ ਜਿਹੜਾ ਸਿੱਖ ਸਾਮਰਾਜਵਾਦ ਨੂੰ ਐਸਟੈਬਲਿਸ਼ ਕੀਤਾ। ਸੋ ਬੰਦਾ ਸਿੰਘ ਬਹਾਦਰ ਦਾ ਨਾਂ ਜਿਹੜਾ ਭਾਰਤ ਹੀ ਨਹੀਂ, ਪੰਜਾਬ ਹੀ ਨਹੀਂ, ਸਗੋਂ ਭਾਰਤ ਦੇ ਮਹਾਨ ਜਿਹੜਾ ਵਿਅਕਤੀਆਂ ਦੇ ਵਿੱਚ ਜਿਹੜਾ ਗਿਣਿਆ ਜਾਂਦਾ ਹੈ। ਸੋ ਪੰਜਾਬ ਦੇ ਸੰਦਰਭ ਵਿੱਚ, ਐਸਪੈਕਟਸ ਆਫ ਪੰਜਾਬ ਦੇ ਸੰਦਰਭ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਬਹੁਤ, ਬੰਦਾ ਸਿੰਘ ਬਹਾਦਰ ਦੁਆਰਾ ਸਿੱਖ ਸਾਮਰਾਜ ਦੀ ਸਥਾਪਨਾ ਅਤੇ ਉਸ ਦੀ ਸ਼ਹੀਦੀ ਬਹੁਤ ਮਹੱਤਵ ਰੱਖਦੀ ਹੈ। ਸੋ ਆਓ ਅਸੀਂ ਸਭ ਤੋਂ ਪਹਿਲਾਂ ਜਿਹੜਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਮੁੱਢਲਾ ਜੀਵਨ ਉਹਦੇ ਬਾਰੇ ਜਾਣੀਏ ਕਿ ਬੰਦਾ ਸਿੰਘ ਬਹਾਦਰ ਦਾ ਜਿਹੜਾ ਜਨਮ ਜਿਹੜਾ 27 ਅਕਤੂਬਰ 1670 ਨੂੰ ਜਿਹੜਾ ਪੁੰਛ, ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਪੁੰਛ ਅਤੇ ਰਜੌਰੀ ਨਾਂ ਦੇ ਜਿਹੜੇ ਛੋਟੇ ਜਿਹੇ ਪਿੰਡ ਵਿੱਚ ਹੋਇਆ। ਸੋ ਉਹਨਾਂ ਦਾ ਜਿਹੜਾ ਪਿਤਾ ਦਾ ਨਾਂ ਜਿਹੜਾ ਭਾਈ, ਜਿਹੜਾ ਪਿਤਾ ਦਾ ਨਾਂ ਜਿਹੜਾ ਸੀਗਾ ਉਹ ਮਹਾਦੇਵ ਸੀਗਾ। ਸੋ ਉਹਨਾਂ ਦਾ ਜਿਹੜਾ ਪਿਤਾ ਸੀ ਉਹ ਖੇਤੀਬਾੜੀ ਕਰਦੇ ਸੀ। ਸੋ ਮੁੱਢਲੇ ਜੀਵਨ ਵਿੱਚ ਜਿਹੜਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸੀਗਾ ਪੜ੍ਹਾਈ ਲਿਖਾਈ ਦਾ ਜਿਹੜਾ ਜ਼ਿਆਦਾ ਉਹਦੀ ਜਿਹੜੀ ਪੜ੍ਹਾਈ ਲਿਖਾਈ ਬਾਰੇ ਜ਼ਿਆਦਾ ਉਹਦੀ ਦਿਲਚਸਪੀ ਨਹੀਂ ਸੀ, ਸਗੋਂ ਜਿਹੜਾ ਉਹਦਾ ਪ੍ਰਬੰਧ ਨਹੀਂ ਸੀ ਹੋਇਆ ਪੂਰਾ। ਸੋ ਇਸ ਕਰਕੇ ਬੰਦਾ ਸਿੰਘ ਬਹਾਦਰ ਦਾ ਜਿਹੜਾ ਝੁਕਾਅ ਘੋੜਸਵਾਰ ਅਤੇ ਸ਼ਿਕਾਰ ਖੇਡਣ ਵੱਲ ਸੀ। ਸੋ ਇਸੇ ਕਰਕੇ ਜਦੋਂ 15 ਸਾਲ ਦੀ ਉਮਰ ਦੇ ਵਿੱਚ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ ਸ਼ਿਕਾਰ ਖੇਡਦਾ ਜਿਹੜਾ ਇਹ ਸ਼ਿਕਾਰ ਖੇਡਦੇ ਸਮੇਂ ਉਹਦੇ ਜਿਹੜੇ ਤੀਰ ਦੇ ਨਾਲ ਜਿਹੜਾ ਹਿਰਨੀ ਦੇ ਉਹਦੇ ਤੀਰ ਤੋਂ ਜਿਹੜਾ ਹਿਰਨੀ ਦੇ ਪੇਟ ਦੇ ਵਿੱਚ ਤੀਰ ਲੱਗਿਆ। ਸੋ ਜਿਹਦੇ ਕਰਕੇ ਉਹਦੇ ਹਿਰਨੀ ਦੇ ਪੇਟ ਦੇ ਗਰਭ ਦੇ ਵਿੱਚ ਜਿਹੜਾ ਸੀ ਬੱਚਾ, ਉਹ ਵੀ ਉਹਦੀਆਂ ਅੱਖਾਂ ਦੇ ਸਾਹਮਣੇ ਨਾਲੇ ਹਿਰਨੀ ਮਾਰੀ ਗਈ ਅਤੇ ਨਾਲੇ ਜਿਹੜਾ ਉਹ ਬੱਚਾ ਮਾਰਿਆ ਗਿਆ, ਉਹਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਉਹ ਦਮ ਤੋੜ ਗਿਆ। ਸੋ ਉਸ ਦ੍ਰਿਸ਼ ਨੇ, ਉਸ ਸੀਨ ਨੇ ਜਿਹੜਾ ਬੰਦਾ ਸਿੰਘ ਬਹਾਦਰ 'ਤੇ ਅਜਿਹਾ ਪ੍ਰਭਾਵ ਪਾਇਆ ਕਿ ਉਹ ਬਾਅਦ ਵਿੱਚ ਜਿਹੜਾ ਉਹਨੇ ਬਰਾਗੀ ਹੋਣ ਦਾ, ਘਰ-ਬਾਰ ਤਿਆਗ ਕੇ ਜਿਹੜਾ ਬਰਾਗੀ ਹੋਣ ਦਾ ਜਿਹੜਾ ਉਹ ਫੈਸਲਾ ਕਰ ਲਿਆ। ਸੋ ਬੰਦਾ ਸਿੰਘ ਬਹਾਦਰ ਜਦੋਂ ਬਰਾਗੀ ਹੋਣ ਤੋਂ ਬਾਅਦ ਜਿਹੜਾ ਥਾਂ-ਥਾਂ 'ਤੇ ਘੁੰਮਦਾ ਹੋਇਆ ਜਿਹੜਾ ਹੌਲੀ-ਹੌਲੀ ਜਿਹੜਾ ਦੱਖਣ ਦੇ ਵਿੱਚ ਜਿਹੜਾ ਉਹ ਚਲਾ ਗਿਆ ਅਤੇ ਦੱਖਣ ਤੋਂ ਜਿਹੜਾ ਨੰਦੇੜ ਦੇ ਵਿੱਚ ਚਲਾ ਗਿਆ ਅਤੇ ਮਾਧੋ ਦਾਸ ਦੇ ਸੰਪਰਕ ਦੇ ਵਿੱਚ ਆਇਆ, ਬਰਾਗੀ ਸਾਧ ਦੇ। ਸੋ ਮਾਧੋ ਦਾਸ ਨੇ ਉਹਨੂੰ ਜਿਹੜਾ ਆਪਣਾ ਚੇਲਾ ਬਣਾਇਆ, ਉਹਨੂੰ ਸ਼ਿਸ਼ ਬਣਾਇਆ। ਸੋ ਮਾਧੋ ਦਾਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਜਿਹੜਾ ਉਹਦੇ ਜਿਹੜੇ ਤੰਤਰ ਮੰਤਰ ਦੀ ਵਿੱਦਿਆ ਵੀ ਉਹਨੂੰ ਥੋੜ੍ਹੀ ਬਹੁਤੀ ਜਿਹੜੀ ਉਹ ਉਸ ਹਿਸਾਬ ਨਾਲ ਜਿਹੜੀ ਉਹਨੂੰ ਦਿੱਤੀ। ਸੋ ਉਹ ਤੰਤਰ ਮੰਤਰ ਵਿੱਦਿਆ ਵਿੱਚ ਵੀ ਜਿਹੜਾ ਕਿ ਸੁਣਨ ਵਿੱਚ ਆਉਂਦਾ ਕਿ ਥੋੜ੍ਹਾ ਬਹੁਤਾ ਜਿਹੜਾ ਉਹ ਵਰਤਦਾ ਸੀਗਾ। ਸੋ ਇਸ ਕਰਕੇ ਉਹਨਾਂ ਹੀ ਦਿਨਾਂ ਵਿੱਚ ਜਿਹੜਾ, ਕਿਉਂਕਿ ਔਰੰਗਜ਼ੇਬ ਦੀ ਜਿਹੜੀ ਮੌਤ ਹੋ ਚੁੱਕੀ ਸੀ 1707 ਦੇ ਵਿੱਚ, ਅਤੇ 1708 ਦੇ ਵਿੱਚ ਜਿਹੜੀ ਘਟਨਾ ਘਟਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਲ ਜਿਹੜਾ ਮੇਲ ਮਿਲਾਪ ਹੁੰਦਾ ਸੀ ਬੰਦਾ ਸਿੰਘ ਬਹਾਦਰ ਦਾ। ਸੋ 1708 ਦੇ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਜਦੋਂ ਗੁਰੂ ਸਾਹਿਬ ਜਿਹੜਾ ਬਹਾਦਰ ਸ਼ਾਹ ਦੇ ਨਾਲ ਨੰਦੇੜ ਦੇ ਵਿੱਚ ਜਾਂਦੇ ਆ, ਅਤੇ ਉੱਥੇ ਜਿਹੜੀ ਬਹਾਦਰ ਸ਼ਾਹ ਤੋਂ ਨਿਖੜ ਕੇ ਜਿਹੜਾ ਉਹ ਬੰਦਾ ਸਿੰਘ ਬਹਾਦਰ ਦੇ ਨਾਲ ਉਹਦੀ ਮੁਲਾਕਾਤ ਹੁੰਦੀ ਹੈ। ਉਹ ਬੰਦਾ ਸਿੰਘ ਬਹਾਦਰ ਕੋਲ ਜਾਂਦੇ ਆ ਅਤੇ ਉਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਜਿਵੇਂ ਕਿ ਹੋਰਾਂ ਨਾਲ ਕਰਦਾ ਸੀ ਆਪਣੀ ਤੰਤਰਕ ਵਿੱਦਿਆ ਦੇ ਰਾਹੀਂ, ਉਹਨੇ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਵੀ ਬਹੁਤੇ ਇਤਿਹਾਸਕਾਰ ਕਹਿੰਦੇ ਵੀ ਉਹ ਮੰਜਾ ਪੱਟ ਦਿੰਦਾ ਸੀ ਜਾਂ ਹੋਰ ਤੰਤਰ ਮੰਤਰ ਵਿੱਦਿਆ ਕਰ ਦਿੰਦਾ ਸੀ। ਅਤੇ ਸੋ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ 'ਤੇ ਵੀ ਉਹਨੇ ਤੰਤਰ ਆਪਦੀ ਜਿਹੜੀ ਵਿੱਦਿਆ ਉਹ ਦੇ ਨਾਲ ਉਹ ਕਰਨ ਦੀ ਕੋਸ਼ਿਸ਼ ਕੀਤੀ। ਸੋ ਕੀ ਹੈ ਕਿ ਗੁਰੂ ਗੋਬਿੰਦ ਸਿੰਘ ਤੋਂ ਕੋਸ਼ਿਸ਼ ਕੀਤੀ ਅਤੇ ਗੁਰੂ ਗੋਬਿੰਦ ਸਿੰਘ 'ਤੇ ਜਿਹੜੀ ਉਹਦੀ ਕੋਈ ਵਿੱਦਿਆ ਨਾ ਚੱਲੀ, ਅਤੇ ਅਖੀਰ 'ਤੇ ਗੁਰੂ ਸਾਹਿਬ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਅਖੀਰ 'ਤੇ ਕਹਿਣ ਲੱਗਿਆ ਕਿ ਮੈਂ ਤੁਹਾਡਾ ਬੰਦਾ ਹਾਂ। ਸੋ ਗੁਰੂ ਗੋਬਿੰਦ ਸਿੰਘ ਨੇ ਉਸ ਟਾਈਮ 38 ਸਾਲਾਂ ਦੇ ਇਸ ਰਾਜਪੂਤ ਜਵਾਨ ਨੂੰ ਦੇ ਨਾਲ ਸਵਾਗਤ ਗੱਲਾਂ ਬਾਤਾਂ ਕੀਤੀਆਂ, ਕਾਫੀ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਅਤੇ ਉਸ ਤੋਂ ਬਾਅਦ ਕਿਉਂਕਿ ਉਹ ਬੰਦਾ ਸਿੰਘ ਬਹਾਦਰ ਨੰਦੇੜ ਦੇ ਵਿੱਚ ਬੈਠਾ ਸੀ, ਇਸ ਕਰਕੇ ਬਹਾਦਰ ਸ਼ਾਹ ਦੀ ਉੱਧਰ ਔਰੰਗਜ਼ੇਬ ਦੀ ਨੰਦੇੜ ਉਹਦੇ ਮਹਾਰਾਸ਼ਟਰ ਦੇ ਮਰਾਠਿਆਂ ਦੇ ਨਾਲ ਟੱਕਰ ਚੱਲ ਰਹੀ ਸੀ ਬਹੁਤ ਸਮੇਂ ਤੋਂ, ਅਤੇ ਕਿਉਂਕਿ ਹੁਣ ਔਰੰਗਜ਼ੇਬ ਦੀ ਮੌਤ ਹੋ ਚੁੱਕੀ ਸੀ। ਇਸ ਕਰਕੇ ਔਰੰਗਜ਼ੇਬ ਦੀ ਮੌਤ ਹੋਣ ਤੋਂ ਬਾਅਦ ਉਹਨੂੰ ਪਤਾ ਸੀ ਵੀ ਕਿਸ ਤਰ੍ਹਾਂ ਔਰੰਗਜ਼ੇਬ ਦੇ ਨਾਲ ਟੱਕਰ ਲੈ ਕੇ ਸ਼ਿਵਾਜੀ ਨੇ ਇੱਕ ਮਰਾਠਾ ਸਾਮਰਾਜ ਕਾਇਮ ਕੀਤਾ, ਹਿੰਦੂ ਰਾਜ ਉਹਨੇ ਕਾਇਮ ਕੀਤਾ ਹੈ। ਸੋ
ਇਸ ਕਰਕੇ ਜਿਹੜਾ ਉਹ ਹੁਣ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਜਿਹੜੇ ਪੰਜਾਬ ਦੇ ਹਾਲਾਤਾਂ ਤੋਂ ਵੀ ਜਿਹੜਾ ਜਾਣੂ ਕਰਾਇਆ। ਸੋ ਇਸ ਕਰਕੇ ਉਹਨੂੰ ਜਿਹੜਾ ਦੱਸਿਆ ਸਾਰਾ ਕੁਛ, ਜਿਹੜੀ ਮੁਗਲਾਂ ਦੁਆਰਾ ਸਿੱਖਾਂ 'ਤੇ ਕੀਤੇ ਗਏ ਜ਼ੁਲਮ ਦੀ ਵਿਥਿਆ ਦੱਸੀ, ਆਪਣੇ ਪਰਿਵਾਰ ਦੀ ਜਿਹੜੇ ਜ਼ੁਲਮ ਹੋਏ, ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਮੁਗਲਾਂ ਦੁਆਰਾ ਸ਼ਹੀਦ ਕੀਤਾ ਗਿਆ ਸੀ ਉਹਦੇ ਵਾਰਤਾਲਾਪ ਹੋਏ। ਸੋ ਇਸ ਕਰਕੇ ਬਾਅਦ ਵਿੱਚ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਅੰਮ੍ਰਿਤ ਛਕਾ ਕੇ ਪੰਜਾਂ ਬਾਣੀਆਂ ਦਾ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਉਹਨੂੰ ਜਿਹੜਾ ਸਿੰਘ ਬਣਾਇਆ ਅਤੇ ਉਹਦਾ ਨਾਂ ਜਿਹੜਾ ਗੁਰਬਖਸ਼ ਸਿੰਘ ਰੱਖਿਆ ਗਿਆ। ਜਿਹੜਾ ਬੰਦਾ ਸਿੰਘ ਬਹਾਦਰ ਦਾ ਨਾਂ ਜਿਹੜਾ ਉਹ ਗੁਰਬਖਸ਼ ਸਿੰਘ ਰੱਖਿਆ ਗਿਆ। ਸੋ ਇਸ ਤਰ੍ਹਾਂ ਜਿਹੜਾ ਉਹ ਕਿਉਂਕਿ ਉਹਦਾ ਬਚਪਨ ਦਾ ਨਾਂ ਜਿਹੜਾ ਲਛਮਣ ਦਾਸ ਸੀ, ਸੋ ਉਹ ਲਛਮਣ ਦਾਸ ਤੋਂ ਹੁਣ ਜਿਹੜਾ ਬੰਦਾ ਸਿੰਘ ਜਿਹੜਾ ਗੁਰਬਖਸ਼ ਸਿੰਘ ਬਣ ਗਿਆ, ਸਿੰਘ ਸੱਜ ਕੇ ਜਿਹੜਾ ਗੁਰਬਖਸ਼ ਸਿੰਘ ਬਣ ਗਿਆ। ਸੋ ਹੁਣ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਜਿਹੜਾ ਪੰਜਾਬ ਦੇ ਵਿੱਚ ਤੋਰਨਾ ਸੀ, ਕਿਉਂਕਿ ਉਹ ਤੋਂ ਜਿਹੜਾ ਮੁਗਲਾਂ ਦੇ ਨਾਲ ਹੋਏ ਜ਼ੁਲਮਾਂ ਦਾ ਜਿਹੜਾ ਹਿਸਾਬ ਲੈਣਾ ਸੀ, ਇਸ ਕਰਕੇ ਉਹਨੂੰ ਜਿਹੜਾ ਇੱਕ ਆਪਦਾ ਪ੍ਰਤੀਨਿਧ ਬਣਾ ਕੇ ਕਿਉਂਕਿ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਭੇਜਣਾ ਸੀ, ਇਸ ਕਰਕੇ ਸੋ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਜਿਹੜਾ ਆਪਣੇ ਜਿਹੜੇ 5 ਤੀਰ ਅਤੇ ਖੰਡੇ ਕਿਰਪਾਨ ਅਤੇ ਹੋਰ ਸਮੱਗਰੀ, ਇਸ ਦੇ ਨਾਲ ਹੀ 5 ਸਿੰਘ ਜਿਹੜੇ ਭਾਈ ਬਾਜ ਸਿੰਘ, ਮਨੋਜ ਸਿੰਘ ਕਾਣ ਅਤੇ ਹੋਰ ਜਿਹੜੇ ਫਤਿਹ ਸਿੰਘ, ਇਹ ਸਾਰੇ ਜਿਹੜੇ ਉਹਦੇ ਨਾਲ ਜਿਹੜੇ ਉਹ ਭੇਜੇ ਅਤੇ ਨਾਲ ਹੀ ਜਿਹੜੇ ਸਿੱਖਾਂ ਦੇ ਨਾਂ 'ਤੇ ਜਿਹੜੇ ਹੁਕਮਨਾਮੇ ਜਾਰੀ ਕੀਤੇ, ਕਿਉਂਕਿ ਸਿੱਖ ਤਾਂ ਹੀ ਉਹ 'ਤੇ ਵਿਸ਼ਵਾਸ ਕਰ ਸਕਦੇ ਕਿਉਂਕਿ ਉਹ ਦੱਖਣ ਤੋਂ ਆ ਰਿਹਾ ਸੀ। ਇਸ ਕਰਕੇ ਪੰਜਾਬ ਦੇ ਇਸੇ ਕਰਕੇ ਜਿਹੜਾ 5 ਵਿਅਕਤੀ ਜਿਹੜੇ ਉਹਦੇ ਨਾਲ ਭੇਜਣ ਦਾ ਮਕਸਦ ਵੀ ਇਹੀ ਸੀ ਕਿ ਤਾਂ ਕਿ ਜਿਹੜਾ ਸਿੱਖਾਂ ਨੂੰ ਜਿਹੜਾ ਵਿਸ਼ਵਾਸ ਹੋ ਸਕੇ ਕਿ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਉਹਨੂੰ ਭੇਜਿਆ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ, ਉਹਨੂੰ ਕੁਝ ਆਪਦੀਆਂ ਨਿਸ਼ਾਨੀਆਂ ਦੇ ਕੇ। ਸੋ ਇਸ ਕਰਕੇ ਨਾਲ ਸਭ ਤੋਂ ਜਿਹੜੀ ਜ਼ਰੂਰੀ ਗੱਲ ਕਿ ਉਹਨੇ ਜਿਹੜੀਆਂ ਉਹਨੂੰ ਖਾਸ ਹਦਾਇਤਾਂ ਕੀਤੀਆਂ ਕਿ ਜਿਹੜਾ ਬ੍ਰਹਮੀਚਾਰੀ ਜੀਵਨ ਪਾਲਣ ਕਰਨਾ, ਜਿੱਤ 'ਤੇ ਹੰਕਾਰ ਨਹੀਂ ਕਰਨਾ, ਕਿਸੇ ਮਜ਼ਲੂਮ 'ਤੇ ਜਿਹੜਾ ਜ਼ੁਲਮ ਨਹੀਂ ਕਰਨਾ, ਹੱਥੇ 'ਤੇ ਵਾਰ ਨਹੀਂ ਕਰਨਾ। ਸੋ ਇਸ ਕਰਕੇ ਜਿਹੜਾ ਉਹਨੇ ਬਹੁਤ ਸਾਰੇ ਜਿਹੜੇ ਹੋਰ ਸੀਗੇ, ਵਿਆਹ ਨਹੀਂ ਕਰਾਉਣਾ, ਹੋਰ ਇਸ ਤਰ੍ਹਾਂ ਦੇ ਕਈ ਜਿਹੜੇ ਉਹਨਾਂ ਨੇ ਜਿਹੜੇ ਆਦੇਸ਼ ਦਿੱਤੇ ਸੀ ਉਹਨਾਂ ਨੂੰ, ਜਿਹਦਾ ਜਿਹੜਾ ਬਹੁਤ ਸਾਰੇ 90% ਜਿਹੜਾ ਆਦੇਸ਼ਾਂ ਦਾ ਜਿਹੜਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਪਾਲਣਾ ਵੀ ਕੀਤਾ। ਸੋ ਇਸ ਕਰਕੇ ਜਿਹੜਾ ਤੁਰਦਾ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ 1708 ਦੇ ਵਿੱਚ ਜਿਹੜਾ ਉਹ ਸਭ ਤੋਂ ਪਹਿਲਾਂ ਜਿਹੜਾ ਨਾਰਨੌਲ ਹਰਿਆਣੇ ਦੇ ਵਿੱਚ ਜਿਹੜਾ ਸਹਾਰਨਪੁਰ ਦੇ ਵਿੱਚ ਦੀ ਹੁੰਦਾ ਹੋਇਆ ਜਿਹੜਾ ਸਿਰਾ ਉੱਧਰ ਦੀ ਕਿ ਸਭ ਤੋਂ ਪਹਿਲਾਂ ਜਿਹੜਾ ਉਹਦਾ ਜਿਹੜਾ ਹਮਲਾ ਹੁੰਦਾ ਹੈ ਸੋਨੀਪਤ ਅਤੇ ਕੈਥਲ 'ਤੇ ਹਮਲਾ ਕਰਦਾ, ਜਿੱਥੋਂ ਦਾ ਜਿਹੜਾ ਉਹ ਮੁਗਲ ਸੀਗਾ ਉੱਥੋਂ ਦੇ ਜਿਹੜੇ ਸੀਗੇ ਉਹ ਬਿਨਾਂ ਮੁਕਾਬਲਾ ਕੀਤੇ ਜਿਹੜਾ ਉਹ ਦੌੜ ਜਾਂਦੇ ਹੈ। ਸੋ ਉਸ ਤੋਂ ਬਾਅਦ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ ਸਢੌਰਾ 'ਤੇ ਹਮਲਾ ਕਰਦਾ। ਸੋ ਉਸ ਤੋਂ ਬਾਅਦ ਜਿਹੜਾ ਬੰਦਾ ਸਿੰਘ ਬਹਾਦਰ ਸਮਾਣਾ 'ਤੇ ਹਮਲਾ ਕਰਦਾ। ਸੋ ਸਮਾਣੇ ਦਾ ਸਿੱਖ ਇਤਿਹਾਸ ਨਾਲ ਜਿਹੜਾ ਬਹੁਤ ਜਿਹੜਾ ਸੰਬੰਧ, ਕਿਉਂਕਿ ਸੰਬੰਧ ਇਸ ਤਰ੍ਹਾਂ ਜੁੜਿਆ ਹੈ ਕਿ ਸਿੱਖਾਂ ਦੇ ਵਿੱਚ ਜਿਹੜੇ ਸਮਾਣੇ ਦੇ ਵਿੱਚ ਜਿਹੜੇ 2 ਜਲਾਦ ਰਹਿੰਦੇ ਸੀ, ਛਾਛਲ ਬੇਗ ਅਤੇ ਬਾਸਲ ਬੇਗ, ਅਤੇ ਇੱਕ ਨਾਲ ਜਿਹੜਾ ਜਮਾਲੂਦੀਨ, ਸੋ ਸ਼ਾਇਦ ਜਮਾਲੂਦੀਨ। ਸੋ ਉਹਨਾਂ ਤੋਂ ਉਹਨਾਂ ਨੇ ਬਦਲਾ ਲੈਣਾ ਸੀ, ਕਿਉਂਕਿ ਛਾਛਲ ਬੇਗ ਅਤੇ ਬਾਸਲ ਬੇਗ ਗੁਰੂ ਤੇਗ ਬਹਾਦਰ ਜੀ ਦੇ ਹਥਿਆਰੇ ਸਨ। ਸੋ ਗੁਰੂ ਤੇਗ ਬਹਾਦਰ ਨੂੰ ਜਿਹੜਾ ਚਾਂਦਨੀ ਚੌਕ ਦੇ ਵਿੱਚ ਜਿਹੜਾ ਸ਼ਹੀਦ ਕੀਤਾ ਸੀ, ਉਹ ਛਾਛਲ ਬੇਗ ਅਤੇ ਬਾਸਲ ਬੇਗ ਦੁਆਰਾ ਹੀ ਕੀਤਾ ਗਿਆ ਸੀ। ਇਸੇ ਤਰ੍ਹਾਂ ਸ਼ਾਇਦ ਜਮਾਲੂਦੀਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਸ਼ਹੀਦ ਕੀਤਾ ਸੀਗਾ। ਸੋ ਇਸ ਕਰਕੇ ਜਿਹੜਾ ਗੁਰੂ ਸੀ। ਸੋ ਇਸ ਤਰ੍ਹਾਂ ਇੱਥੇ ਬੰਦਾ ਸਿੰਘ ਬਹਾਦਰ ਨੇ ਪੂਰੇ ਰੋਹ ਨਾਲ ਜਿਹੜਾ ਹਮਲਾ ਕੀਤਾ, ਉਹਨਾਂ ਨੂੰ ਜਿਹੜਾ ਬੁਰੀ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਅਤੇ ਜਿਹੜਾ ਗੁਰੂ ਤੇਗ ਬਹਾਦਰ ਦੇ ਜਿਹੜੇ ਹਥਿਆਰੇ ਸੀ ਉਹਨਾਂ ਨੂੰ ਜਿਹੜਾ ਬਦਲਾ ਲਿਆ। ਨੰਬਰ 3 'ਤੇ ਜਿਹੜਾ ਸਢੌਰਾ 'ਤੇ ਹਮਲਾ। ਸੋ ਸਢੌਰੇ ਦਾ ਵੀ ਜਿਹੜਾ ਸਿੱਖ ਇਤਿਹਾਸ ਨਾਲ ਇਹ ਸੰਬੰਧ ਹੈ ਕਿ ਜਿਹੜਾ ਪੀਰ ਬੁੱਧੂ ਸ਼ਾਹ ਜਿਹੜਾ ਸਢੌਰੇ ਦਾ ਰਹਿਣ ਵਾਲਾ ਸੀ, ਜਿਸ ਨੇ ਆਪਣੇ ਸਮੇਤ 500 ਪਠਾਨਾਂ ਨੂੰ ਕਿਉਂਕਿ 500 ਪਠਾਨਾਂ ਨੂੰ ਉਹਨੇ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਦੇ ਵਿੱਚ ਉਹਨਾਂ ਦੇ ਨਾਲ ਲੜਾਈਆਂ ਲੜੀਆਂ। ਸੋ ਮੁਸਲਮਾਨਾਂ ਦੇ ਵਿੱਚ ਉਸਮਾਨ ਖਾਂ ਖਾਸ ਕਰਕੇ ਉਹਦੇ ਪੀਰ ਬੁੱਧੂ ਸ਼ਾਹ 'ਤੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਉਹਨੇ ਉਸ ਲੜਾਈਆਂ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਦੀ ਸਹਾਇਤਾ ਕੀਤੀ ਪੀਰ ਬੁੱਧੂ ਸ਼ਾਹ ਨੇ, ਸੋ ਉਹਨਾਂ ਲੜਾਈਆਂ ਕਰਕੇ ਉਹਨਾਂ ਦੇ ਨਾਲ ਖਾਰ ਖਾਂਦੇ ਸੀ, ਉਹਨਾਂ ਦੇ ਨਾਲ ਵੈਰ ਰੱਖਦੇ ਸੀ, ਵਿਰੋਧ ਰੱਖਦੇ ਸੀ। ਸੋ ਇਸ ਕਰਕੇ ਉਹ ਸੀਗਾ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨੂੰ ਉਸ ਉਸਮਾਨ ਖਾਨ ਨੇ ਬਹੁਤ ਜ਼ੁਲਮ ਕੀਤਾ ਸੀ।
ਸੋ ਉਸ ਬੰਦਾ ਸਿੰਘ ਬਹਾਦਰ ਨੇ ਔਰ ਪੀਰ ਬੁੱਧੂ ਸ਼ਾਹ ਦੇ ਹੋਏ ਜ਼ੁਲਮ ਦਾ ਵੀ ਜਿਹੜਾ ਉਸਮਾਨ ਖਾਨ ਤੋਂ ਬਦਲਾ ਲਿਆ। ਬੁਰੀ ਤਰ੍ਹਾਂ ਜਿਹੜਾ ਉਸ ਢੋਰੇ ਦੇ ਵਿੱਚ ਵੀ ਜਿਹੜਾ ਬੁਰੀ ਤਰ੍ਹਾਂ ਕਤਲੇਆਮ ਕੀਤਾ ਗਿਆ। ਸੋ ਇਸੇ ਕਰਕੇ ਉਹਦਾ ਨਾਂ ਜਿਹੜਾ ਕਤਲਗੜੀ ਰੱਖ ਕੇ ਬਾਅਦ ਵਿੱਚ ਲੋਹਗੜ੍ਹ ਉਹਨੂੰ ਜਿਹੜਾ ਬਾਅਦ ਵਿੱਚ ਜਿਹੜਾ ਮੁਖਲਿਸਪੁਰ, ਕਿਉਂਕਿ ਸਹਾਰਨਪੁਰ ਅਤੇ ਉਹਦਾ ਜਿਹੜੇ ਇਹ ਏਰੀਆ ਸੀ ਸਾਰਾ ਜਿਹੜਾ ਮੁਖਲਿਸਪੁਰ ਜਿਹੜੀ ਰਾਜਧਾਨੀ ਬਣਾਇਆ ਬੰਦਾ ਸਿੰਘ ਬਹਾਦਰ ਨੇ। ਅਤੇ ਉੱਥੋਂ ਦਾ ਇੱਕ ਕਿਲ੍ਹਾ ਸੀ ਜਿਹੜਾ ਲੋਹਗੜ੍ਹ ਨੂੰ ਜਿਹੜਾ ਤਿਆਰ ਕਰਕੇ ਉਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ। ਸੋ ਉਸ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਜਿਹੜਾ ਇਹ ਹਮਲਾ ਵੀ ਜਿਹੜਾ ਇੱਕ ਬਹੁਤ ਉਹਦਾ ਮਹੱਤਵਪੂਰਨ ਸੀ। ਉਸ ਤੋਂ ਬਾਅਦ ਰੋਪੜ 'ਤੇ ਕਬਜ਼ਾ, ਕਿਉਂਕਿ ਹੁਣ ਨਵਾਬ ਦੇ ਜਿਹੜਾ ਸੀਗਾ ਵਜੀਦ ਖਾਂ ਨੇ ਜਿਹੜਾ ਮਲੇਰਕੋਟਲੇ ਦੇ ਨਵਾਬ ਤੋਂ ਜਿਹੜਾ ਨੂੰ ਕਹਿ ਦਿੱਤਾ ਸੀ ਕਿ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਜਿਹੜਾ ਸ਼ਹੀਦੀਆਂ ਦਾ ਜਿਹੜਾ ਬਦਲਾ ਲੈ ਰਿਹਾ ਜਾਂ ਸੋ ਇਸ ਤਰ੍ਹਾਂ ਕਰਕੇ ਜਿਹੜਾ ਸੀਗਾ ਵਜੀਦ ਖਾਂ ਉਹਨੇ ਉਦੋਂ ਜਿਹੜੀ ਉੱਥੇ ਵੀ ਰੋਪੜ 'ਤੇ ਕਬਜ਼ਾ ਕੀਤਾ। ਸੋ ਉੱਥੇ ਵੀ ਇਹਨੇ ਜਿਹੜੀ ਬੰਦਾ ਸਿੰਘ ਬਹਾਦਰ ਦੀ ਜਿਹੜੀ ਜਿੱਤ ਪ੍ਰਾਪਤ ਹੋਈ। ਸੋ ਰੋਪੜ ਤੋਂ ਬਾਅਦ ਜਿਹੜੀ ਸਭ ਤੋਂ ਮਹੱਤਵਪੂਰਨ ਜਿਹੜੀ ਜਿੱਤ ਸੀ ਬੰਦਾ ਸਿੰਘ ਬਹਾਦਰ ਦੀ ਉਹ ਸੀ ਜਿਹੜੀ ਚੱਪੜਚਿੜੀ ਦੀ ਲੜਾਈ। ਸਰਹੰਦ ਤੋਂ ਦੂਰ 10 ਕਿਲੋਮੀਟਰ ਦੂਰ ਚੱਪੜਚਿੜੀ 'ਤੇ, ਕਿਉਂਕਿ ਸਰਹੰਦ ਦਾ ਜਿੱਥੇ ਕਿ ਸਰਹੰਦ ਜਿਹੜਾ ਇੱਥੇ ਮੁਗਲਾਂ ਦਾ ਇੱਕ ਜਿੱਥੇ ਮਖਮਲ ਅਤੇ ਸ਼ੀਟ ਦੇ ਉਦਯੋਗ ਲਈ ਪ੍ਰਸਿੱਧ ਸੀ, ਅਤੇ ਉੱਥੇ ਹੀ ਜ਼ਾਲਮ ਇਹ ਵਿਅਕਤੀ ਸੀਗਾ ਵਜੀਦ ਖਾਂ ਫੌਜਦਾਰ ਸੀ, ਉਹ ਇੱਥੇ ਰਹਿੰਦਾ ਸੀ। ਸੋ ਇੱਕ ਸੈਂਟਰ ਬਣਿਆ ਹੋਇਆ ਸੀ ਮੁਗਲਾਂ ਦਾ ਸਰਹੰਦ। ਸੋ ਇਸ ਕਰਕੇ ਇੱਥੇ ਵਜੀਦ ਖਾਂ ਤੋਂ ਜਿਹਨੇ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਸੀ, ਛੋਟੇ ਬੱਚਿਆਂ 'ਤੇ ਜ਼ੁਲਮ ਕੀਤਾ ਸੀ, ਗੁਰੂ ਗੋਬਿੰਦ ਸਿੰਘ ਦੇ ਪਰਿਵਾਰ 'ਤੇ ਜ਼ੁਲਮ ਕੀਤਾ ਸੀ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਉਹ ਵੀ ਵਜੀਦ ਖਾਂ ਦੀਆਂ ਫੌਜਾਂ ਨਾਲ ਦੀ ਲੜਦੇ ਸ਼ਹੀਦ ਹੋ ਗਏ ਸੀ। ਸੋ ਇਸ ਕਰਕੇ ਸਰਹੰਦ ਦੇ ਪ੍ਰਤੀ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਬਹੁਤ ਵੱਡਾ ਰੋਸ ਸੀ। ਸੋ ਉਸੇ ਰੋਸ ਦੇ ਕਾਰਨ ਹੀ ਸਰਹੰਦ 'ਤੇ ਹਮਲਾ ਕਰਨਾ ਬੰਦਾ ਸਿੰਘ ਬਹਾਦਰ ਦਾ ਸਭ ਤੋਂ ਉਹ ਇੱਕ ਮੇਨ ਆਪਾਂ ਕਹਿ ਦਈਏ ਟਾਰਗੇਟ ਸੀ ਉਹਦਾ। ਅਗਰ ਇਸੇ ਕਰਕੇ ਪੂਰੀ ਤਰ੍ਹਾਂ ਅਗਰੈਸਿਵ ਹੋ ਕੇ ਬੰਦਾ ਸਿੰਘ ਬਹਾਦਰ ਨੇ ਇੱਥੇ ਅਟੈਕ ਕੀਤਾ। ਸੋ ਇਸ ਹਮਲੇ ਦੇ ਵਿੱਚ ਕਿ ਬਹੁਤ ਸਾਰੇ ਜਿਹੜੇ ਸਿੱਖ ਥੋੜ੍ਹੇ ਗਿਣਤੀ ਦੇ ਵਿੱਚ ਸੀ, ਅਤੇ ਜਦ ਕਿ ਮੁਗਲਾਂ ਦੇ ਵਜ਼ੀਰ ਖਾਨ ਦੇ ਕੋਲ ਬਹੁਤ ਜ਼ਿਆਦਾ ਵੱਡੀ ਗਿਣਤੀ 1.5 ਲੱਖ ਦੇ ਕਰੀਬ ਫੌਜੀ ਸੀ, ਮੁਗਲ ਸੈਨਾ ਸੀ, ਜਦ ਕਿ ਦੂਜੇ ਪਾਸੇ ਸਿੰਘ 20-30 ਹਜ਼ਾਰ ਦੀ ਗਿਣਤੀ ਦੇ ਵਿੱਚ ਹੀ ਸੀ। ਸੋ ਬੰਦਾ ਸਿੰਘ ਬਹਾਦਰ ਨੇ ਪੂਰੇ ਧਾਰਮਿਕ ਜੋਸ਼ ਦੇ ਨਾਲ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ 'ਤੇ ਸਰਹੰਦ 'ਤੇ ਹਮਲਾ ਕੀਤਾ, ਅਤੇ ਵਜ਼ੀਰ ਖਾਂ ਦੀ ਅਤੇ ਬਾਜ ਸਿੰਘ ਦੀ ਆਮੋ ਸਾਹਮਣੇ ਲੜਾਈ ਹੋਈ। ਸੋ ਉਹਨਾਂ ਦੀ ਲੜਾਈ ਹੋ ਰਹੀ ਸੀ ਕਿ ਬਾਜ ਸਿੰਘ ਨੇ ਲੜਾਈ ਹੋ ਰਹੀ ਸੀ, ਅਤੇ ਭਾਈ ਕਾਹਨ ਸਿੰਘ ਨੇ ਪਿੱਛੋਂ ਆ ਕੇ ਤਲਵਾਰ ਨਾਲ ਇੱਕ ਜ਼ੋਰਦਾਰ ਹਮਲਾ ਉਹ ਉੱਤੇ ਕੀਤਾ ਵਜ਼ੀਰ ਖਾਂ 'ਤੇ, ਅਤੇ ਉਹ ਘੋੜੇ ਤੋਂ ਡਿੱਗ ਪਏ, ਥੱਲੇ ਡਿੱਗ ਪਿਆ। ਸੋ ਉਸ ਤੋਂ ਬਾਅਦ ਵਜ਼ੀਰ ਖਾਂ ਨੂੰ ਫੜ ਕੇ ਬੁਰੀ ਤਰ੍ਹਾਂ ਮਾਰਿਆ ਗਿਆ, ਉਹਦੀ ਲਾਸ਼ ਦਰਖਤ ਦੇ ਨਾਲ ਟੰਗੀ ਗਈ। ਅਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਪਾਪੀ ਜਿਹਨੂੰ ਸਿੱਖ ਇਤਿਹਾਸ ਦੇ ਵਿੱਚ ਪਾਪੀ ਸੁੱਚਾ ਨੰਦ ਕਹਿੰਦੇ ਆ, ਸੁੱਚਾ ਨੰਦ ਨੂੰ ਫੜ ਕੇ, ਕਿਉਂਕਿ ਉਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਸੀ, ਕਿਉਂਕਿ ਉਹਨੇ ਹੀ ਮੇਨ ਉਕਸਾਇਆ ਸੀ ਵਜ਼ੀਰ ਖਾਂ ਨੂੰ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰੋ, ਕਿਉਂਕਿ ਇਹ ਵੱਡੇ ਹੋ ਕੇ ਤੁਹਾਡੇ ਮੁਗਲ ਸਾਮਰਾਜ ਨੂੰ ਮੁਗਲ ਅੰਪਾਇਰ ਨੂੰ ਦੇ ਵਾਸਤੇ ਖਤਰਾ ਬਣ ਸਕਦੇ ਹੈ। ਸੋ ਇਸ ਕਰਕੇ ਉਹਨੇ ਸੁੱਚਾ ਨੰਦ ਪਾਪੀ ਨੂੰ ਵੀ ਫੜ ਕੇ ਉਹਦਾ ਜਲੂਸ ਬਾਜ਼ਾਰਾਂ ਦੇ ਵਿੱਚ ਕੱਢਿਆ ਗਿਆ, ਸਰਹੰਦ ਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ। ਸੋ ਇਸ ਕਰਕੇ ਕਿਉਂਕਿ ਬੰਦਾ ਸਿੰਘ ਬਹਾਦਰ ਨੇ ਸਿੱਖ ਸਾਮਰਾਜ ਐਸਟੈਬਲਿਸ਼ ਕਰਨਾ ਸੀ, ਸਿੱਖ ਅੰਪਾਇਰ ਐਸਟੈਬਲਿਸ਼ ਕਰਨਾ ਸੀ, ਇਸ ਕਰਕੇ ਧਨ ਦੀ ਵੀ ਲੋੜ ਸੀ। ਉਹ ਵੈਸੇ ਨਹੀਂ ਸੀ ਕੋਈ ਵੀ ਲਟੇਰਾ ਸੀ, ਉਹਨੂੰ ਧਨ ਦੀ ਉਹਨੂੰ ਲੋੜ ਸੀ, ਇਸ ਕਰਕੇ ਧਨ ਦੀ ਲੋੜ ਹੋਣ ਕਰਕੇ ਉਹਨਾਂ ਨੂੰ ਉਹਨੂੰ ਥੋੜ੍ਹੀ ਬਹੁਤੀ ਲੁੱਟਮਾਰ ਉਹ ਕਰਨੀ ਪੈਂਦੀ ਸੀ। ਸੋ ਉਹਦਾ ਤਾਂ ਮੇਨ ਮੋਟਿਵ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਸ਼ਹੀਦੀ ਦਾ ਬਦਲਾ ਲੈਣਾ, ਸਿੱਖਾਂ 'ਤੇ ਹੋਏ ਜ਼ੁਲਮ ਦਾ ਮੁਗਲਾਂ ਤੋਂ ਬਦਲਾ ਲੈਣਾ। ਸੋ ਉਹਦਾ ਮੇਨ ਮੋਟਿਵ ਸੀ। ਸੋ ਇਸ ਕਰਕੇ ਸਿੱਖ ਸਾਮਰਾਜ ਦੀ ਸਿੱਖ ਐਸਟੈਬਲਿਸ਼ਮੈਂਟ ਕਰਨੀ ਉਹ ਸੀਗਾ, ਉਹ ਇਸੇ ਕਰਕੇ ਉਹਨਾਂ ਸੂਰਜ ਤੋਂ ਪਹਿਚਾਨੀਆਂ ਜੋ ਲਰੋਦੀਨ ਕੇ ਅਤੇ ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡੇ ਖੇਤ,
ਤੇ ਵਾਕ ਅਨੁਸਾਰ, ਗੁਰਬਾਣੀ ਦੇ ਵਾਕ ਅਨੁਸਾਰ ਜਿਹੜਾ ਉਹਨੇ ਅਖੀਰ ਦੇ ਵਿੱਚ ਸ਼ਹੀਦੀ ਦਿੱਤੀ ਸੀ। ਸੋ ਇਸੇ ਕਰਕੇ ਇਹ ਸੀਗਾ ਸਰਹੰਦ 'ਤੇ ਜਿਹੜਾ ਬੁਰੀ ਤਰ੍ਹਾਂ ਜਿਹੜੀ ਉਹ ਕੋਈ ਵੀ ਜਿਹੜਾ ਮੁਸਲਮਾਨ ਉੱਥੇ ਜਿਉਂਦਾ ਨਾ ਛੱਡਿਆ ਗਿਆ, ਕਿਉਂਕਿ ਬਹੁਤੇ ਜਿਹੜੇ ਮੁਸਲਮਾਨ ਇਤਿਹਾਸਕਾਰ ਆ ਉਹ ਤਾਂ ਬਹੁਤ ਵਧਾ ਚੜ੍ਹਾ ਕੇ ਲਿਖਦੇ ਕਿ ਕਬਰਾਂ ਨੂੰ ਪੁੱਟ ਕੇ ਵੀ ਜਿਹੜਾ ਮੁਰਦਿਆਂ ਨੂੰ ਵੀ ਉਹਨਾਂ ਨੇ ਜਿਹੜਾ ਖੇੜਿਆ। ਸੋ ਉਹਨਾਂ ਨੇ ਖਾਫੀ ਵੀ ਵਧਾ ਚੜ੍ਹਾ ਕੇ ਲਿਖਦਾ। ਸੋ ਕੁਝ ਪਰੰਤੂ ਜਿਹੜਾ ਇੰਨਾ ਜ਼ਰੂਰ ਹੈ ਕਿ ਬੰਦਾ ਸਿੰਘ ਬਹਾਦਰ ਨੇ ਜਿਹੜਾ ਉੱਥੋਂ ਦੀ ਜਿਹੜੀ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਮੁਸਲਮਾਨਾਂ ਨੂੰ ਮਾਰਿਆ, ਕਿਉਂਕਿ ਰੋਜ਼ ਸੀ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ, ਉਹਦੇ ਪਰਿਵਾਰ ਦੇ ਬਦਲਾ ਲੈਣਾ। ਸੋ ਉਸ ਤੋਂ ਬਾਅਦ ਜਿਹੜਾ ਜਮਨਾ ਪਾਰ ਦੇ ਪ੍ਰਦੇਸ਼ਾਂ 'ਤੇ ਜਿਹੜਾ ਕਬਜ਼ਾ, ਕਿਉਂਕਿ ਹੁਣ ਜਿਹੜੇ ਸਿੱਖਾਂ ਦੀ ਗਿਣਤੀ ਲਗਾਤਾਰ ਜਿਹੜੇ ਬੰਦਾ ਸਿੰਘ ਬਹਾਦਰ ਨਾਲ ਜੁੜ ਰਹੀ ਸੀ ਅਤੇ ਬਹੁਤ ਸਾਰੇ ਜਿਹੜੇ ਜ਼ਿਮੀਂਦਾਰ ਜਾਂ ਜਿਹੜੇ ਮੁਗਲਾਂ ਤੋਂ ਤੰਗ ਹੋਏ ਲੋਕ ਉਹ ਵੀ ਉਹਦੀ ਸਹਾਇਤਾ ਕਰਨ ਲੱਗ ਪਏ ਸੀ। ਇਸ ਤੋਂ ਇਲਾਵਾ ਹੁਣ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਜਿਹੜੇ ਸਿੱਕੇ ਜਾਰੀ ਕੀਤੇ ਸੀ, ਕਿਉਂਕਿ ਮੁਖਲਿਸਪੁਰ ਜਦੋਂ ਉਹਨੇ ਰਾਜਧਾਨੀ ਬਣਾਤੀ ਸੀ ਉਦੋਂ ਹੀ ਉਹਨੇ ਉਸ ਤੋਂ ਬਾਅਦ ਜਿਹੜੇ ਸਿੱਕੇ ਜਾਰੀ ਕਰ ਦਿੱਤੇ ਸੀ। ਸੋ ਉਹਨਾਂ ਪ੍ਰਦੇਸ਼ਾਂ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਇਹਨਾਂ ਪ੍ਰਦੇਸ਼ਾਂ 'ਤੇ ਜਦੋਂ ਹਮਲਾ ਕੀਤਾ ਗਿਆ ਤੇ ਹੁਣ ਜਿਹੜੀ ਖਬਰ ਉਹ ਬਹਾਦਰ ਸ਼ਾਹ ਕੋਲੇ ਵੀ ਜਾ ਪਹੁੰਚੀ ਸੀ, ਕਿਉਂਕਿ ਬਹਾਦਰ ਸ਼ਾਹ ਦੀ ਭਾਵੇਂ ਗੁਰੂ ਗੋਬਿੰਦ ਸਿੰਘ ਦੇ ਨਾਲ ਬਾਅਦ ਵਿੱਚ ਮਿੱਤਰਤਾ ਹੋ ਜਾਂਦੀ ਹੈ ਤੇ ਪਰੰਤੂ ਕਿਉਂਕਿ ਇੱਥੇ ਇੱਕ ਇਹ ਵੀ ਦੱਸਣ ਵਾਲੀ ਗੱਲ ਹੈ ਕਿ ਵਜ਼ੀਰ ਖਾਨ ਜਿਹਨੇ ਕਿ ਉਹਨਾਂ ਦੇ ਵਜ਼ੀਰ ਖਾਨ ਦੁਆਰਾ ਭੇਜੇ ਗਏ ਪਠਾਨਾਂ ਦੁਆਰਾ ਹੀ ਗੁਰੂ ਗੋਬਿੰਦ ਸਿੰਘ 'ਤੇ ਚਾਕੂ ਨਾਲ ਵਾਰ ਕੀਤੇ ਜਾਂਦੇ ਅਤੇ ਬਾਅਦ ਵਿੱਚ ਥੋੜ੍ਹੇ ਦਿਨਾਂ ਬਾਅਦ ਜ਼ਖਮਾਂ ਦੀ ਤਾਬ ਨਾਲ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸੁਣਾਉਂਦੇ ਹੈ। ਸੋ ਇਸ ਕਰਕੇ ਹੁਣ ਫਿਰ ਬਹਾਦਰ ਸ਼ਾਹ ਉਹਦੇ 'ਤੇ ਮਨ ਦੇ ਵਿੱਚ ਫਿਰ ਸਿੱਖਾਂ ਦੇ ਪ੍ਰਤੀ ਉਹ ਵੈਰ ਵਿਰੋਧ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਉਹ ਬੰਦਾ ਸਿੰਘ ਬਹਾਦਰ ਨੂੰ ਟੋਲਰੇਸ਼ਨ ਨਹੀਂ ਕਰਦਾ ਕਿ ਉਹ ਸਿੱਖ ਦਾ ਸਾਮਰਾਜ ਦਾ ਉਹ ਉੱਥੇ ਆਪਦਾ ਸਟੈਬਲਿਸ਼ ਕਰੇ। ਸੋ ਇਸ ਕਰਕੇ ਹੁਣ ਉਹ ਇੱਧਰ ਪੰਜਾਬ ਵੱਲ ਵੱਧਦਾ ਹੈ। ਸੋ ਹੁਣ ਜਦੋਂ ਬੰਦਾ ਸਿੰਘ ਬਹਾਦਰ ਨੂੰ ਜਮਨਾ ਦੇ ਪ੍ਰਦੇਸ਼ਾਂ ਵਿੱਚ ਉਹ ਲੁੱਟਮਾਰ ਕਰਕੇ ਥੋੜ੍ਹਾ ਬਹੁਤਾ ਉਹਨਾਂ ਨੂੰ ਹਰਾ ਕੇ ਜਾਂ ਲੁੱਟਮਾਰ ਕਰਕੇ ਫਿਰ ਉਹਨੂੰ ਜੰਗਲਾਂ ਦੇ ਵਿੱਚ ਜਾਣਾ ਪੈਂਦਾ ਹੈ। ਸੋ ਜਲੰਧਰ ਦੁਆਬ ਦੇ ਵਿੱਚ ਵੀ ਸਿੱਖਾਂ ਦੀ ਫਿਰ ਗਿਣਤੀ ਵੱਧਦੀ ਹੈ, ਕਿਉਂਕਿ ਉਹਨਾਂ ਨੂੰ ਵੀ ਇੱਕ ਹੌਸਲਾ ਮਿਲ ਜਾਂਦਾ ਹੈ, ਕਿਉਂਕਿ ਬੰਦਾ ਸਿੰਘ ਬਹਾਦਰ ਨੂੰ ਕਿ ਉਹ ਹੌਲੀ ਹੌਲੀ ਉੱਥੇ ਆ ਕੇ ਫਿਰ ਇਸ ਦੇ ਨਾਲ ਹੀ ਉਸ ਤੋਂ ਬਾਅਦ ਹੁੰਦਾ ਹੈ ਕਿ ਮਾਝੇ ਦੇ ਸਿੱਖਾਂ ਦਾ ਵੀ ਹੌਸਲਾ ਵਧਣਾ, ਕਿਉਂਕਿ ਹੁਣ ਮਾਝੇ ਦੇ ਵਿੱਚ ਸਿੱਖਾਂ ਦੀ ਸਫਲਤਾ, ਮਾਝੇ ਦੇ ਸਿੱਖਾਂ ਦੀ ਹਿੰਮਤ ਆ ਉਹ ਵੱਧਦੀ ਹੈ, ਜਿਹਦੇ ਕਰਕੇ ਉਹ ਸਫਲਤਾਪੂਰਵਕ ਮੁਗਲਾਂ ਦਾ ਉਹ ਸਾਹਮਣਾ ਕਰਦੇ ਆ। ਸੋ ਇਸ ਤਰ੍ਹਾਂ ਹੈਗੀ ਹੈ ਮਾਝੇ ਦੇ ਵਿੱਚ ਵੀ ਸਿੱਖਾਂ ਜਲੰਧਰ ਦੁਆਬ ਵਿੱਚ ਸਿੱਖਾਂ ਦੀ ਵਧਣ ਤੋਂ ਬਾਅਦ ਉਹਨਾਂ ਦੀ ਬੰਦਾ ਸਿੰਘ ਪਾਵਰ ਵਧਣ ਕਰਕੇ ਉਹਨਾਂ ਦਾ ਵੀ ਇੱਕ ਹੌਸਲਾ ਮਿਲਦਾ, ਇੰਕੋਰੇਜਮੈਂਟ ਹੁੰਦੀ ਹੈ ਉਹਨਾਂ ਦੀ। ਸੋ ਇਸ ਕਰਕੇ ਹੁਣ ਉਹਨਾਂ ਦਾ ਹੌਸਲਾ ਵੱਧ ਜਾਂਦਾ। ਉਸ ਤੋਂ ਬਾਅਦ ਫਿਰ ਦੁਬਾਰਾ ਬੰਦਾ ਸਿੰਘ ਬਹਾਦਰ, ਕਿਉਂਕਿ ਇਹ ਪੀੜ ਫਿਰ ਥੋੜ੍ਹਾ ਜਿਹਾ ਬੰਦਾ ਸਿੰਘ ਬਹਾਦਰ ਵਾਸਤੇ ਕਸ਼ਟ ਦਾ ਹੀ ਹੁੰਦਾ ਹੈ। ਉਹ ਫਿਰ ਗੁਰਦਾਸ ਨੰਗਲ ਦੀਆਂ ਉਹ ਫਿਰ ਪਹਾੜੀਆਂ ਦੇ ਵਿੱਚ ਉਹਨੂੰ ਜਾਣਾ ਪੈਂਦਾ ਹੈ। ਸੋ ਉਸ ਤੋਂ ਬਾਅਦ ਫਿਰ ਉਹ ਸਢੌਰਾ ਅਤੇ ਲੋਹਗੜ੍ਹ ਦੇ ਵਿੱਚ ਉਹਦੀ ਲੜਾਈ ਹੁੰਦੀ ਹੈ, ਕਿਉਂਕਿ ਹੁਣ ਫਿਰ ਇਹਨਾਂ ਲੜਾਈਆਂ ਵਿੱਚ ਵੀ ਕਿਉਂਕਿ ਸਢੌਰਾ ਅਤੇ ਲੋਹਗੜ੍ਹ ਦੇ ਵਿੱਚ ਲੜਾਈ ਹੁੰਦੀ ਹੈ ਅਤੇ ਲੋਹਗੜ੍ਹ ਦੇ ਕਿਲ੍ਹੇ ਨੂੰ ਫਿਰ ਮੁਗਲ ਘੇਰਾ ਪਾ ਲੈਂਦੇ ਹੈ ਅਤੇ ਲੋਹਗੜ੍ਹ ਦੇ ਵਿੱਚ ਕਿਲ੍ਹੇ ਨੂੰ ਘੇਰਾ ਪਾ ਲੈਂਦੇ ਅਤੇ ਮੁਗਲਾਂ, ਕਿਉਂਕਿ ਉੱਥੋਂ ਵੀ ਬੰਦਾ ਸਿੰਘ ਬਹਾਦਰ ਰਾਤ ਦੇ ਹਨੇਰੇ ਵਿੱਚ ਨਿਕਲ ਕੇ ਉਹ ਭੱਜ ਜਾਂਦਾ ਅਤੇ ਉਹਦੀ ਖਬਰ ਮੁਗਲਾਂ ਨੂੰ ਸੁਬਾਹ ਮਿਲਦੀ ਹੈ ਕਿ ਬੰਦਾ ਸਿੰਘ ਬਹਾਦਰ ਦਾ ਬਾਜ ਤਾਂ ਭੱਜ ਗਿਆ ਹੈ। ਸੋ ਉਸ ਤੋਂ ਬਾਅਦ ਫਿਰ ਪਹਾੜੀ ਪ੍ਰਦੇਸ਼ਾਂ 'ਤੇ ਕਬਜ਼ਾ। ਸੋ ਕਿਉਂਕਿ ਬੰਦਾ ਸਿੰਘ ਬਹਾਦਰ ਦਾ ਉਹ ਉਸ ਤੋਂ ਬਚ ਕੇ ਨਿਕਲਦਾ, ਉਸ ਤੋਂ ਬਾਅਦ ਫਿਰ ਪਹਾੜੀ ਪ੍ਰਦੇਸ਼ਾਂ ਦੇ ਵਿੱਚ ਜਾਂਦਾ ਹੈ। ਸੋ ਪਹਾੜੀ ਪ੍ਰਦੇਸ਼ਾਂ ਦੇ ਵਿੱਚ ਵੀ ਉਹਦਾ ਹੌਲੀ ਹੌਲੀ ਕਬਜ਼ਾ ਹੁੰਦਾ ਹੈ। ਸੋ ਫਿਰ ਉਸ ਤੋਂ ਬਾਅਦ ਕਿਉਂਕਿ ਪਹਾੜੀ ਪ੍ਰਦੇਸ਼ਾਂ 'ਤੇ ਕਬਜ਼ਾ ਹੁੰਦਾ ਹੈ, ਇੱਥੇ ਬਹੁਤੇ ਉਹ ਪਹਾੜੀ ਰਾਜਾ ਨਾਲ ਭਾਵੇਂ ਨਹੀਂ ਯੁੱਧ ਕਰਦਾ, ਪਰੰਤੂ ਇੱਕ ਥੋੜ੍ਹੇ ਬਹੁਤੇ ਨਾਲ ਯੁੱਧ ਕਰਾ ਕੇ ਉਹਨਾਂ ਪਹਾੜੀ ਰਾਜਾ ਨੂੰ ਉਹ ਹਰਾ ਦਿੰਦਾ। ਸੋ ਉਸ ਤੋਂ ਬਾਅਦ ਆਉਂਦਾ ਹੈ ਕਿ ਪਹਾੜੀ, ਕਿਉਂਕਿ ਜਦੋਂ ਇੱਥੇ ਪਹਾੜੀ ਰਾਜਾ ਨਾਲ ਕਬਜ਼ਾ ਕਰਦਾ ਹੈ ਅਤੇ ਉੱਥੋਂ ਹੀ ਚੰਬਾ ਦੇ ਰਾਜਾ ਉਹ ਆਪਣੀ ਲੜਕੀ ਦੀ ਸ਼ਾਦੀ ਹੈ ਉਹ ਬੰਦਾ ਸਿੰਘ ਬਹਾਦਰ ਨਾਲ ਕਰ ਦਿੰਦਾ ਹੈ ਅਤੇ ਇਸੇ ਕਰਕੇ 1711 ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਘਰ ਇੱਕ ਲੜਕੇ ਦਾ ਜਨਮ ਹੁੰਦਾ ਹੈ, ਜਿਹਦਾ ਨਾਂ ਅਜੇ ਸਿੰਘ ਰੱਖਿਆ ਜਾਂਦਾ, ਕਿਉਂਕਿ ਬਾਅਦ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਨੂੰ 4 ਸਾਲ ਦੀ ਉਮਰ ਦਾ ਸੀ ਜਦੋਂ ਉਹਨੂੰ ਨਾਲ ਹੀ ਉਹਦੇ ਸ਼ਹੀਦ ਕਰ ਦਿੱਤਾ ਜਾਂਦਾ। ਸੋ
ਇਸ ਤਰ੍ਹਾਂ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ ਹੈਗਾ ਇੱਥੇ ਜਿਹੜਾ ਭਾਵੇਂ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀਗਾ ਵੀ ਵਿਆਹ ਨਹੀਂ ਕਰਾਉਣਾ, ਪਰੰਤੂ ਜਾਂ ਤਾਂ ਸਮੇਂ ਦੀਆਂ ਪ੍ਰਸਥਿਤੀਆਂ ਰੱਖ ਲਓ ਜਾਂ ਕਿਵੇਂ ਉਹ ਜਿਹੜਾ ਵਿਆਹ ਕਰਵਾ ਲੈਂਦਾ। ਸੋ ਫਿਰ ਆਉਂਦਾ ਜਿਹੜੇ ਜੰਮੂ ਦੇ ਫੌਜਦਾਰ ਨਾਲ ਯੁੱਧ। ਸੋ ਉਸ ਤੋਂ ਬਾਅਦ ਜਿਹੜਾ ਜੰਮੂ ਦਾ ਫੌਜਦਾਰ ਹੁੰਦਾ ਉਹਦਾ ਸਮਦ ਖਾਂ, ਉਹਦੇ ਨਾਲ ਜਿਹੜੀ ਟੱਕਰ ਹੁੰਦੀ ਹੈ। ਸੋ ਸਮਦ ਖਾਂ ਜਿਹੜਾ ਹੈਗਾ ਉਹ ਵੀ ਸਿੱਖਾਂ ਦੇ ਨਾਲ ਬਹੁਤ ਜਿਹੜੀ ਵੈਰ ਵਿਰੋਧ ਦੀ ਜਿਹੜੀ ਭਾਵਨਾ ਰੱਖਦਾ ਸੀਗਾ। ਸੋ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ ਸੀ, ਇਸ ਕਰਕੇ ਉਹਦੇ ਨਾਲ ਜਿਹੜੀ ਟੱਕਰ ਹੁੰਦੀ ਹੈ। ਸੋ ਉਸ ਤੋਂ ਬਾਅਦ ਆਉਂਦਾ ਜਿਹੜਾ ਕਿ ਗੁਰਦਾਸ ਨੰਗਲ ਦੀ ਲੜਾਈ, ਜਿਹਦੇ ਵਿੱਚ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ ਮੁਗਲਾਂ ਦੁਆਰਾ ਜਿਹੜਾ ਘੇਰਾ ਪਾਏ ਘਿਰ ਜਾਂਦਾ ਹੈ। ਸੋ ਗੁਰਦਾਸ ਨੰਗਲ ਦੀ ਲੜਾਈ ਜਿਹੜੀ 1715 ਦੇ ਵਿੱਚ ਜਿਹੜੀ ਬਹੁਤ ਮਹੱਤਵਪੂਰਨ ਮਾਇਨਾ ਰੱਖਦੀ ਹੈ, ਕਿਉਂਕਿ ਇੱਥੇ ਜਿਹੜਾ ਬੰਦਾ ਸਿੰਘ ਬਹਾਦਰ ਅਤੇ ਬਾਬਾ ਵਿਨੋਦ ਸਿੰਘ ਜੋ ਉਹਦੇ ਨਾਲ ਆਏ ਸੀ, ਸੋ ਉਹਨਾਂ ਵਿਚਕਾਰ ਜਿਹੜਾ, ਕਿਉਂਕਿ ਗੁਰਦਾਸ ਨੰਗਲ ਦੀ ਇੱਕ ਦੁਨੀ ਚੰਦ ਦੀ ਜਿਹੜੀ ਕੱਚੀ ਹਵੇਲੀ ਸੀਗੀ, ਕਿਲ੍ਹਾ ਨੁਮਾ ਜਿਹੜੀ ਕੱਚੀ ਹਵੇਲੀ ਸੀ, ਇੱਥੇ ਜਿਹੜਾ ਮੁਗਲਾਂ ਦੁਆਰਾ ਉਸ ਨੂੰ ਜਿਹੜਾ ਘੇਰਾ ਪਾਇਆ ਜਾਂਦਾ। ਸੋ ਇੱਥੇ ਇਸੇ ਘੇਰੇ ਦੇ ਵਿੱਚ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ ਫੜਿਆ ਜਾਂਦਾ ਹੈ। ਸੋ ਮੁਗਲ ਉਹਨਾਂ ਨੂੰ ਜਿਹੜੇ ਗ੍ਰਿਫਤਾਰ ਕਰ ਲੈਂਦੇ ਹੈ। ਸੋ ਬੰਦਾ ਸਿੰਘ ਬਹਾਦਰ ਇੱਥੇ ਵੀ ਜਿਹੜਾ ਆਪਣੀ ਬਹਾਦਰੀ ਦਾ ਪੂਰਾ ਸਬੂਤ ਦਿੰਦਾ, ਕਿਉਂਕਿ ਇੱਥੇ ਬੰਦਾ ਸਿੰਘ ਬਹਾਦਰ ਅਤੇ ਬਾਬਾ ਵਿਨੋਦ ਸਿੰਘ ਵਿਚਕਾਰ ਜਿਹੜੇ ਮਤਭੇਦ ਹੋ ਜਾਂਦੇ। ਮਤਭੇਦ ਦਾ ਕਾਰਨ ਕੀ ਸੀ ਕਿ ਬਾਬਾ ਵਿਨੋਦ, ਕਿਉਂਕਿ ਅੰਦਰ ਜਿਹੜੀ ਲੜਦੇ ਜਿਹੜੇ ਸਿੱਖਾਂ ਦੀ ਜਿਹੜੀ ਰਸਤ ਘਟ ਗਈ ਸੀ, ਅਤੇ ਸਿੱਖਾਂ ਨੂੰ ਜਿਹੜਾ ਪਸ਼ੂ ਜਾਨਵਰ ਜਿਹੜਾ ਖਾ ਕੇ, ਪਸ਼ੂ ਜਿਹੜਾ ਖਾ ਕੇ, ਪੱਤੇ ਖਾ ਕੇ ਉਹਨਾਂ ਨੂੰ ਜਿਹੜਾ ਗੁਜ਼ਾਰਾ ਕਰਨਾ ਪਿਆ ਸੀ। ਸੋ ਇੱਥੇ ਬਾਬਾ ਵਿਨੋਦ ਸਿੰਘ ਕਹਿੰਦਾ ਕਿ ਆਪਾਂ ਨੂੰ ਜਿਹੜਾ ਕਿਲ੍ਹਾ ਛੱਡ ਦੇਣਾ ਚਾਹੀਦਾ, ਅੰਦਰੋਂ ਸਾਰੀ ਜਿਹੜੀ ਰਸਤ ਉਹ ਬਾਹਰੋਂ ਮੁਗਲਾਂ ਦਾ ਘੇਰਾ ਪਿਆ ਸੀ, ਅੰਦਰੋਂ ਜਿਹੜੀ ਸਾਰੀ ਉਹ ਰਸਤ ਜਿਹੜੀ ਮੁੱਕ ਚੁੱਕੀ ਸੀ। ਸੋ ਇਸ ਕਰਕੇ ਬੰਦਾ ਸਿੰਘ ਬਹਾਦਰ ਦਾ ਇਹ ਤਰਕ ਸੀ ਕਿ ਉਹ ਇੱਥੇ ਹੀ ਆਪਣੇ ਲੜਦੇ ਸ਼ਹੀਦੀ ਦੇਵੇਗਾ। ਉਹ ਜਿਹੜਾ ਮੁਗਲਾਂ ਦੇ ਅੱਗੇ ਜਿਹੜਾ ਲੁੱਕ ਕੇ ਜਾਂ ਬਚ ਕੇ ਨਿਕਲਣ ਨੂੰ ਜਿਹੜੀ ਪਹਿਲ ਨਹੀਂ ਦੇਵੇਗਾ। ਸੋ ਬੰਦਾ ਸਿੰਘ ਬਹਾਦਰ ਤੋਂ ਜਿਹੜਾ ਇਸੇ ਕਰਕੇ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ ਆਪਣੇ ਜਿਹੜਾ ਸਟੈਂਡ 'ਤੇ ਜੇ ਆਪਾਂ ਕਹਿ ਦਈਏ ਉਹ ਆਪਣੇ ਦ੍ਰਿੜ ਇਰਾਦੇ 'ਤੇ ਕਾਇਮ ਰਹਿੰਦਾ ਹੈ। ਸੋ ਉਹ ਉੱਥੇ ਹੀ ਜਿਹੜਾ ਮੁਗਲਾਂ ਨਾਲ ਲੜਦਾ ਜਿਹੜਾ, ਕਿਉਂਕਿ ਫਿਰ ਜਦੋਂ ਚਾਰੇ ਸਵੇਰ ਮੁਗਲਾਂ ਦਾ ਘੇਰਾ ਪੈ ਜਾਂਦਾ ਹੈ, ਬੰਦਾ ਸਿੰਘ ਬਹਾਦਰ ਕੋਲ ਸੀਮਤ ਸਾਧਨ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਪੂਰੀ ਲੜਾਈ ਐਂਡ ਤੱਕ ਲੜਦਾ ਹੈ। ਅਖੀਰ ਦੇ ਵਿੱਚ ਜਿਹੜਾ ਕੀ ਹੈ ਕਿ ਮੁਗਲ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲੈਂਦੇ, ਉਹਨੂੰ ਗ੍ਰਿਫਤਾਰ ਕਰ ਲੈਂਦੇ, ਅਰੈਸਟ ਕਰ ਲੈਂਦੇ ਆ। ਸੋ ਇੱਥੇ ਆ ਕੇ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਅਰੈਸਟ ਕਰਕੇ, ਕਿਉਂਕਿ ਉਹਨੂੰ ਜਿਹੜਾ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਲਿਜਾਇਆ ਜਾਂਦਾ ਹੈ, ਕਿਉਂਕਿ ਜਿਵੇਂ ਆਮ ਹੁੰਦਾ ਇਹਨਾਂ ਦਾ ਮੁਗਲਾਂ ਦਾ, ਜਾਂ ਹੋਰ ਉਹਨਾਂ 'ਤੇ ਜਿਹੜੇ ਆਮ ਲੋਕ ਜਿਹੜੇ ਹੱਸਦੇ ਆ ਜਾਂ ਚਿੜਚਿੜਾਉਂਦੇ ਆ ਉਹਨਾਂ ਨੂੰ। ਸੋ ਬਾਅਦ ਵਿੱਚ ਹੌਲੀ ਜਿਹੜਾ ਉਹਨਾਂ ਨੂੰ ਜਿਹੜਾ ਦਿੱਲੀ ਦੇ ਵਿੱਚ ਜਾ ਕੇ ਪਿੰਜਰੇ ਵਿੱਚ ਬੰਦ ਕਰਕੇ ਉਹਨੂੰ ਜਿਹੜਾ ਘੁਮਾਇਆ ਜਾਂਦਾ ਹੈ। ਨਾਲ ਹੀ ਜਿਹੜਾ ਉਹਦੇ ਪੁੱਤਰ ਨੂੰ ਜਿਹੜਾ ਅਜੇ ਸਿੰਘ ਨੂੰ ਵੀ ਜਿਹੜਾ ਗ੍ਰਿਫਤਾਰ, ਉਹਨੂੰ ਵੀ ਫੜ ਲਿਆ ਜਾਂਦਾ ਹੈ। ਛੋਟੇ ਜਿਹੇ 4-5 ਸਾਲ ਦਾ ਉਹਦਾ ਜਿਹੜਾ ਪੁੱਤਰ ਸੀ ਅਜੇ ਸਿੰਘ, ਉਹਨੂੰ ਜਿਹੜਾ ਫੜ ਲਿਆ ਜਾਂਦਾ ਹੈ। ਇੱਥੇ ਜਿਹੜਾ ਰੋਜ਼ਾਨਾ 100 ਸਿੱਖਾਂ ਨੂੰ ਜਿਹੜਾ ਤਸੀਹੇ ਦੇ ਕੇ ਸ਼ਹੀਦ ਕਰਤਾ। ਖਾਬੀ ਖਾਂ ਵੀ ਲਿਖਦਾ ਕਿ ਕੋਈ ਵੀ ਸਿੱਖ ਜਿਹੜਾ 100 ਜਿਹੜੇ ਤਸੀਹੇ ਜਿਹੜੇ ਸਿੱਖਾਂ ਨੂੰ ਦਿੱਤੇ ਜਾਂਦੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ, ਅਤੇ ਕੋਈ ਵੀ ਸਿੱਖ ਜਿਹੜਾ ਇਸਲਾਮ ਧਰਮ ਕਬੂਲ ਨਹੀਂ ਕਰਦਾ। ਸੋ ਭਾਵੇਂ ਉਹ ਜਿਹੜਾ ਉਹਨਾਂ ਦਾ ਇਤਿਹਾਸਕਾਰ ਹੋਇਆ ਮੁਸਲਮਾਨ ਆਪਦੇ ਪੱਖ ਵਿੱਚ ਲਿਖਣ ਦੀ, ਪਰੰਤੂ ਫਿਰ ਵੀ ਉਹਨੇ ਜਿਹੜਾ ਇੱਥੇ ਸੱਚ ਲਿਖਣ ਦੀ ਕੀਤੀ ਕਿ ਉਹਨਾਂ ਨੇ ਜਿਹੜਾ ਇਸਲਾਮ ਨੂੰ ਜਿਹੜਾ ਕੋਈ ਨਹੀਂ ਕਬੂਲ ਕੀਤਾ ਸੀ, ਪਰੰਤੂ ਜਿਹੜਾ ਉਹ ਆਪਣੇ ਧਰਮ 'ਤੇ ਜਿਹੜਾ ਦ੍ਰਿੜ ਰਹੇ ਸੀ। ਸੋ ਇਸੇ ਤਰ੍ਹਾਂ 100 ਸਿੱਖਾਂ ਨੂੰ ਜਿਹੜਾ ਕੋਹ ਕੇ ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਜਾਂਦਾ ਹੈ। ਉਹਨਾਂ ਦੇ ਸਿਰਾਂ ਦੇ ਨੇਜਿਆਂ 'ਤੇ, ਜਦੋਂ ਬੰਦਾ ਸਿੰਘ ਬਹਾਦਰ ਨੂੰ ਵੀ ਗ੍ਰਿਫਤਾਰ ਕਰਕੇ ਗਏ ਸੀ, ਉਦੋਂ ਜਿਹੜਾ ਮੂਹਰੇ ਨੇਜਿਆਂ 'ਤੇ ਸਿਰਾਂ ਨੂੰ ਟੰਗਿਆ ਹੋਇਆ ਸੀ ਬਹੁਤ ਸਾਰੇ ਸਿੱਖਾਂ ਦਾ। ਅਤੇ ਇੱਕ ਵੇਲਾ ਅਜਿਹਾ ਵੀ ਆਇਆ ਸੀ ਕਿ ਜਿਹੜਾ ਉਹਨਾਂ ਦੇ ਨਾਮ ਰੱਖੇ ਗਏ ਸੀ ਸਿੱਖਾਂ ਦੇ, ਵੀ ਜਿੰਨੇ ਵੱਧ ਨਾਮ ਲਿਆਊਗਾ ਉਹਨੇ ਵੱਧ ਜਿਹੜਾ ਸਿਰ ਵੱਢ ਕੇ ਲਿਆਊਗਾ ਉਹਨੂੰ ਜਿਹੜਾ ਨਾਮ ਦਿੱਤੇ ਜਾਣਗੇ। ਸੋ ਇੱਥੇ ਜਿਹੜਾ ਬੰਦਾ ਸਿੰਘ ਬਹਾਦਰ ਦਿੱਲੀ ਦੇ ਵਿੱਚ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਉਹ 'ਤੇ ਵੀ ਜਿਹੜੇ ਬਹੁਤ ਸਾਰੇ ਜ਼ੁਲਮ ਕੀਤੇ ਜਾਂਦੇ ਹੈ। ਸਭ ਤੋਂ ਪਹਿਲਾਂ ਜਿਹੜਾ ਉਹਨੂੰ ਜਿਹੜਾ ਇਸਲਾਮ ਧਰਮ ਕਰਾਉਣ ਲਈ ਬਹੁਤ ਸਾਰੇ ਜਿਹੜੇ ਉਹਨਾਂ 'ਤੇ ਜ਼ੁਲਮ ਕੀਤੇ ਜਾਂਦੇ ਹੈ। ਈਵਨ ਇੱਥੋਂ ਤੱਕ ਕਿ ਉਹਦੇ ਬੱਚੇ ਨੂੰ ਉਹਦੇ ਸਾਹਮਣੇ ਉਹਦਾ ਕਲੇਜਾ ਕੱਢ ਕੇ ਉਹਨੂੰ ਮਾਰਨ ਲਈ ਜਿਹੜਾ ਮਜਬੂਰ ਕੀਤਾ ਜਾਂਦਾ, ਪਰੰਤੂ ਬੰਦਾ ਸਿੰਘ ਬਹਾਦਰ ਦੁਆਰਾ ਨਾ ਕਰਨ 'ਤੇ ਜਿਹੜਾ ਉਹਦੇ ਬੱਚੇ ਨੂੰ ਜਿਹੜਾ ਉਹਦੇ ਸਾਹਮਣੇ ਹੀ ਜਿਹੜਾ ਬੇਰਹਿਮੀ ਨਾਲ ਜਿਹੜਾ ਉਹ ਸ਼ਹੀਦ ਕਰ ਦਿੱਤਾ ਜਾਂਦਾ। ਸੋ ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ 'ਤੇ ਜਿਹੜੇ ਬਹੁਤ ਸਾਰੇ ਜ਼ੁਲਮ ਕੀਤੇ ਜਾਂਦੇ ਆ, ਪਰੰਤੂ ਅਖੀਰ ਉਹ 'ਤੇ ਜਿਹੜੇ ਉਹ ਜ਼ੁਲਮਾਂ ਨੂੰ ਉਹਨੂੰ ਜਿਹੜਾ ਉਹਦਾ ਅੰਗ ਕੱਟਿਆ ਜਾਂਦਾ ਹੈ, ਪਰੰਤੂ ਉਹ ਇਸਲਾਮ ਨੂੰ ਜਿਹੜਾ ਕਬੂਲ ਨਹੀਂ ਕਰਦਾ, ਪਰੰਤੂ ਗੁਰੂ ਗੋਬਿੰਦ ਸਿੰਘ ਦੇ ਜਿਹੜੇ
ਚਲਦੇ ਹੋਏ ਆਦੇਸ਼ਾਂ ਤੇ ਕਿ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਗੇਤ, ਭਾਵ ਕਿ ਆਪਣੀ ਜਿਹੜੀ ਜਾਨ ਕੁਰਬਾਨ ਕਰ ਦਿੰਦਾ ਹੈ। ਸੋ ਇਸੇ ਕਰ ਜਿਹੜਾ ਅਖੀਰ ਤੇ ਅਫਜ਼ਲ ਸਬਤਨ ਖਾਨ ਦੇ ਹੁਕਮ ਦੇ ਨਾਲ ਜਿਹੜਾ 19 ਜੂਨ 1716 ਨੂੰ ਜਿਹੜਾ ਉਹਨੂੰ ਕੋਹ ਕੇ ਜਿਹੜਾ ਸ਼ਹੀਦ ਕੀਤਾ ਜਾਂਦਾ। ਸੋ ਬੰਦਾ ਸਿੰਘ ਬਹਾਦਰ ਦੀ ਜਿਹੜੀ ਸ਼ਹੀਦੀ ਬਹੁਤ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਮਹੱਤਵ ਰੱਖਦੀ ਹੈ, ਕਿਉਂਕਿ ਉਹ ਇੱਕ ਗਿਣਵੇਂ ਚੁਣਵੇਂ ਜਿਹੜਾ ਸਿੱਖ ਗੁਰੂਆਂ ਤੋਂ ਬਾਅਦ ਅਤੇ ਗੁਰੂ ਤੋਂ ਬਾਅਦ ਜਿਹੜੇ ਗਿਣਵੇਂ ਚੁਣਵੇਂ ਜਿਹੜੇ ਸਿੱਖ ਹੈ ਸ਼ਹੀਦੀਆਂ ਵਾਲੇ ਸਿੱਖ, ਉਹਨਾਂ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਬਹੁਤ ਉਹਦਾ ਜਿਹੜਾ ਉੱਘਾ ਯੋਗਦਾਨ ਹੈ। ਸੋ ਬੰਦਾ ਸਿੰਘ ਬਹਾਦਰ ਨੇ ਇਕੱਲੀ ਜਿਹੜੀ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਪਰਿਵਾਰ ਜਾਂ ਸ਼ਹੀਦੀ ਦੇ ਵਾਸਤੇ ਹੀ ਦੇ ਵਾਸਤੇ ਕੰਮ ਕੀਤਾ ਹੀ ਕੀਤਾ ਹੈ, ਨਾਲ ਹੀ ਉਸਨੇ ਜਿਹੜਾ ਆਰਥਿਕ ਟਰਾਂਸਮਿਸ਼ਨ ਭਾਵ ਇਕਨੋਮਿਕ ਟਰਾਂਸਮਿਸ਼ਨ ਦੀ ਨੀਤੀ ਵੀ ਜਿਹੜੀ ਅਪਣਾਈ ਸੀ, ਕਿਉਂਕਿ ਉਹਨੇ ਜਿਹੜਾ ਜ਼ਿਮੀਂਦਾਰਾਂ ਉਹਨਾਂ ਨੇ ਜਿਹੜਾ ਗਰੀਬ ਕਿਸਾਨਾਂ ਮਜ਼ਾਰਾਂ ਨੂੰ ਜਿਹੜਾ ਉਹਨਾਂ ਦਾ ਹੱਕ ਜਿਹੜਾ ਜ਼ਿਮੀਂਦਾਰਾਂ ਤੋਂ ਦਵਾਇਆ ਸੀ। ਜੋ ਜ਼ਿਮੀਂਦਾਰ ਉਹਨਾਂ 'ਤੇ ਜਿਹੜਾ ਜ਼ੁਲਮ ਕਰਦੇ ਸੀ ਉਹਨਾਂ ਤੋਂ ਜਿਹੜਾ ਉਹਨਾਂ ਦੇ ਹੱਕ ਦਵਾਇਆ ਸੀ, ਕਿਉਂਕਿ ਉਹਨਾਂ ਨੂੰ ਜਿਹੜਾ ਜਿਵੇਂ ਉਹ ਜਿੱਤਾ ਪ੍ਰਾਪਤ ਕਰਦਾ ਗਿਆ ਸੀ ਅਤੇ ਜਿੱਥੇ ਜਿਹੜੇ ਉਹ ਆਪਦੇ ਜਿਹੜੇ ਸਿੱਖ ਨੂੰ ਜਾਂ ਜਿਹੜੇ ਆਪਦੇ ਵਿਸ਼ਵਾਸ ਪਾਤਰ ਵਿਅਕਤੀਆਂ ਨੂੰ ਨਿਯੁਕਤ ਕਰਦਾ ਸੀ, ਅਤੇ ਉਹਨਾਂ ਨੂੰ ਜਿਹੜੇ ਨੀਵੀਆਂ ਜਾਤੀਆਂ ਦੇ ਲੋਕ ਸੀਗੇ ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਜਿਹੜਾ ਬਿਰਾਜਮਾਨ ਕਰਦਾ ਸੀ। ਅਤੇ ਜਦੋਂ ਉਹ ਪਿੰਡਾਂ ਦੇ ਵਿੱਚ ਜਾਂਦੇ ਸੀ, ਉੱਚੇ ਨੀਵੀਆਂ ਜਾਤੀਆਂ ਵਾਲੇ ਲੋਕ ਅਤੇ ਉੱਚੇ ਜਾਤੀਆਂ ਵਾਲੇ ਲੋਕ ਉਹਨਾਂ ਨੂੰ ਜਿਹੜਾ ਹੱਥ ਜੋੜ ਕੇ ਜਿਹੜੇ ਨਮਸਕਾਰ ਕਰਦੇ ਸੀ। ਸੋ ਇਸ ਤਰ੍ਹਾਂ ਉਹਨੇ ਜਿਹੜਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਨੀਚੋ ਊਚ ਕਰੇ ਮੇਰਾ ਗੋਬਿੰਦ ਦੇ ਅਨੁਸਾਰ ਜਿਹੜਾ ਉਹਨੇ ਜਿਹੜਾ ਉਹ ਅਮਲ ਜਿਹੜਾ ਲਿਆਂਦਾ। ਸੋ ਇਸ ਕਰਕੇ ਜਿਹੜਾ ਉਹਨੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਕਾਸਟ ਸਿਸਟਮ 'ਤੇ ਵੀ ਸੱਟ ਮਾਰੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਕਾਸਟ ਸਿਸਟਮ ਦਾ ਕਿ ਉੱਚੀਆਂ ਜਾਂ ਨੀਵੀਆਂ ਜਾਤੀਆਂ ਵਾਲੇ ਲੋਕਾਂ ਨੂੰ ਜਿਹੜੇ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਕੀਤਾ। ਸੋ ਇੱਕ ਵਾਰੀ ਜਿਹੜਾ ਬੰਦਾ ਸਿੰਘ ਬਹਾਦਰ ਕੋਲ ਜਿਹੜਾ ਕੋਈ ਜਿਹੜੇ ਗਰੀਬ ਕਿਸਾਨ ਜਿਹੜੀ ਅਰਜ਼ ਲੈ ਕੇ ਜਾਂਦੇ ਕਿ ਸਾਡੇ 'ਤੇ ਜਿਹੜੇ ਜ਼ੁਲਮ ਕਰ ਰਹੇ ਆ ਲੋਕ, ਜਿਹੜੇ ਜ਼ਿਮੀਂਦਾਰ ਜ਼ੁਲਮ ਕਰ ਰਹੇ ਆ, ਅਤੇ ਉਹਨੇ ਕਿਹਾ ਉਹਨੇ ਜਿਹੜੀ ਉਹਨਾਂ ਦੀ ਗੱਲ ਜਿਹੜੀ ਸੁਣਦਾ ਰਿਹਾ, ਅਤੇ ਅਖੀਰ 'ਤੇ ਬਾਕੀ ਜਿਹੜਾ ਉਹ ਕਹਿੰਦਾ ਵੀ ਲਿਆਓ ਬੰਦੂਕ ਨਾਲ ਇਹਨਾਂ ਦਾ ਬੰਦੂਕ ਰਫਲ ਜਿਹੜੀ ਇਹਨਾਂ 'ਤੇ ਜਿਹੜਾ ਫਾਇਰ ਕਰੋ। ਅਤੇ ਜਦੋਂ ਉਹ ਹੈਰਾਨ ਰਹਿ ਗਏ ਵੀ ਜਿਹਾ ਕੀ ਹੋ ਗਿਆ, ਅਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਤੁਸੀਂ ਜਿਹੜਾ ਕਹਿਰ ਹੋ, ਜਦੋਂ ਤੁਸੀਂ ਇੰਨੇ ਵੱਡੇ ਜਿਹੜੇ ਇੰਨੇ ਗਿਣਤੀ ਦੇ ਵਿੱਚ ਜਿਹੜੇ ਤੁਸੀਂ ਕਿਸਾਨ ਹੈ, ਮੁੱਠੀ ਭਰ ਜਿਹੜੇ ਜ਼ਿਮੀਂਦਾਰ ਤੁਹਾਡੇ 'ਤੇ ਜਿਹੜੇ ਉਹ ਜ਼ੁਲਮ ਕਰ ਰਹੇ ਹੈ, ਅਤੇ ਤੁਸੀਂ ਉਹਨਾਂ ਜ਼ੁਲਮਾਂ ਦਾ ਜਿਹੜਾ ਟਾਕਰਾ ਕਿਉਂ ਨਹੀਂ ਕਰਦੇ। ਸੋ ਉਹਨਾਂ ਕਿਸਾਨਾਂ ਨੂੰ ਹੁਣ ਜਿਹੜੀ ਉਹ ਗੱਲ ਸਮਝ ਆ ਗਈ ਸੀ। ਸੋ ਇਸ ਕਰਕੇ ਉਹਨੇ ਜਿਹੜਾ ਗੁਰੂ ਗੋਬਿੰਦ ਸਿੰਘ ਬੰਦਾ ਸਿੰਘ ਬਹਾਦਰ ਨੇ ਜਿਹੜਾ ਗਰੀਬ ਕਿਸਾਨਾਂ ਦਾ ਜਿਹੜਾ ਸ਼ੋਸ਼ਣ ਕਰ ਰਹੇ ਸੀ ਜ਼ਿਮੀਂਦਾਰ, ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਮੁਜ਼ਾਹਰਿਆਂ ਦੇ ਤੌਰ 'ਤੇ ਜਿਹੜਾ ਉਹਨਾਂ ਦੇ ਹੱਕ ਉਹਨਾਂ ਨੂੰ ਜਿਹੜਾ ਦਵਾਏ। ਸੋ ਉਹਨਾਂ ਨੇ ਜਿਹੜਾ ਉਹ ਟੈਕਸ ਜ਼ਿਆਦਾ ਲਾ ਰਹੇ ਸੀ, ਜ਼ੁਲਮ ਕਰ ਰਹੇ ਸੀ, ਉਹਨਾਂ ਤੋਂ ਵੀ ਜਿਹੜਾ ਗਰੀਬ ਕਿਸਾਨਾਂ ਨੂੰ ਦਵਾਇਆ। ਜਿੱਥੇ ਉਹਨੇ ਜਿਹੜਾ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ, ਉੱਥੇ ਉਹਨਾਂ ਨੇ ਜਿਹੜਾ ਆਰਥਿਕ ਟਰਾਂਸਮਿਸ਼ਨ ਦੇ ਰੂਪ ਦੇ ਵਿੱਚ ਵੀ ਜਿਹੜਾ ਬਹੁਤ ਵੱਡਾ ਜਿਹੜਾ ਕੰਮ ਕੀਤਾ। ਸੋ ਬੰਦਾ ਸਿੰਘ ਬਹਾਦਰ ਕਿਉਂਕਿ ਉਹਨੇ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਜਿਹੜੇ ਸਿੱਕੇ ਜਾਰੀ ਕੀਤੇ, ਆਪ ਦਾ ਜਿਹੜਾ ਭਾਵੇਂ ਉਹਨੇ ਜਿਹੜਾ ਕੋਈ ਜਿਹੜਾ ਆਪਦੇ ਨਾਂ 'ਤੇ ਕੋਈ ਹੁਕਮ ਨਹੀਂ ਜਾਰੀ ਕੀਤਾ, ਜਿਵੇਂ ਅੱਗੇ ਜਾ ਕੇ ਫਿਰ ਉਹਦੇ ਜਿਹੜੀ ਅਡੋਪਟੀ ਜਿਹੜੀ ਪਾਲਿਸੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਉਵੇਂ ਜਾਰੀ ਰੱਖੀ ਸੀ। ਉਹਨੇ ਵੀ ਜਿਹੜਾ ਖਾਲਸਾ ਗੋਬਿੰਦ ਸਾਹਿਬ ਦੇ ਨਾਂ ਦੇ ਜਿਹੜੇ ਸਿੱਕੇ ਜਾਰੀ ਕੀਤੇ ਸੀ। ਸੋ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਅੱਗੇ ਜਾ ਕੇ, ਕਿਉਂਕਿ ਅੱਗੇ ਜਾ ਕੇ ਜਿਹੜੀਆਂ ਸਿੱਖ ਮਿਸਲਾਂ ਹੋਂਦ ਵਿੱਚ ਆਉਂਦੀਆਂ, ਉਹਨਾਂ ਸਿੱਖ ਮਿਸਲਾਂ ਦੇ ਵਿੱਚੋਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਸ਼ੁਕਰ ਚੱਕੀਆਂ ਮਿਸਲ ਜਿਹੜੀ ਹੋਂਦ ਵਿੱਚ ਆਉਂਦੀ ਹੈ, ਜਿਹਨੇ ਕਿ ਅੱਗੇ ਜਾ ਕੇ ਜਿਹੜਾ ਸਿੱਖ ਸਾਮਰਾਜ ਦੇ ਜਿਹੜੇ ਸੁਪਨੇ ਨੂੰ ਹੋਰ ਵੀ ਜਿਹੜਾ ਪੂਰਾ ਕੀਤਾ। ਸ਼ੁਕਰ ਚੱਕੀਆਂ ਨਾਂ ਜਿਹੜੀ ਮਿਸਲ ਹੈ, ਜੋ ਕਿ 1839 ਤੱਕ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਹਿੰਦਾ ਹੈ। ਸੋ ਸਿੱਖ ਸਾਮਰਾਜ ਨੂੰ ਜਿਹੜਾ ਪੂਰਾ ਕਰਦਾ ਹੈ ਕਿ ਉਹਦੇ ਅਫਗਾਨਿਸਤਾਨ ਤੱਕ ਜਿਹੜੀਆਂ ਉਹਦੇ ਸਿੱਖ ਸਾਮਰਾਜ ਦੀਆਂ ਦਿੱਲੀ ਤੋਂ ਲੈ ਕੇ ਅਫਗਾਨਿਸਤਾਨ ਤੱਕ ਜਿਹੜੀਆਂ ਉਹਦੀਆਂ ਹੱਦਾਂ ਲੱਗਦੀਆਂ। ਸੋ ਇੱਥੇ ਆਪਾਂ ਬੰਦਾ ਸਿੰਘ ਬਹਾਦਰ ਦੀ ਗੱਲ ਕਰ ਰਹੇ ਹਾਂ। ਸੋ ਬੰਦਾ ਸਿੰਘ ਬਹਾਦਰ ਦੀ ਜਿਹੜੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਹੀ ਨਹੀਂ ਬਲਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਇੱਕ ਬੜੀ ਮਹੱਤਵਪੂਰਨ ਜਿਹੜਾ ਉਹ ਸਥਾਨ ਰੱਖਦੀ ਹੈ। ਸੋ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦੇ ਆਦੇਸ਼ਾਂ ਦਾ ਪਾਲਣਾ ਕਰਦੇ ਹੋਏ ਉਹਦੇ ਪਰਿਵਾਰ ਦਾ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਜਿਹੜਾ ਉਹਦੇ ਸ਼ਹੀਦੀਆਂ ਦਾ ਜਿਹੜਾ ਬਦਲਾ ਲਿਆ, ਕਿਉਂਕਿ ਛੋਟੇ ਛੋਟੇ ਬੱਚਿਆਂ 'ਤੇ ਜਿਹੜਾ ਮੁਗਲਾਂ ਨੇ ਜਿਹੜੇ ਜ਼ੁਲਮ ਕੀਤੇ ਸੀ।
ਸੋ ਗੁਰੂ ਗੋਬਿੰਦ ਸਿੰਘ ਦਾ ਸਾਰਾ ਹੀ ਪਰਿਵਾਰ ਜਿਹੜਾ ਲੇਖੇ ਲਾ ਤੇ ਕਿਉਂਕਿ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਦੇ ਵਾਸਤੇ ਜਿਹੜੀ ਆਪਣਾ ਸ਼ੀਸ਼ ਕਟਾਇਆ ਸੀ। ਸੋ ਇਸੇ ਕਰਕੇ ਇਸ ਭਾਵੇਂ ਕਿ ਉਹ ਪਹਿਲਾਂ ਜਿਹੜਾ ਰਾਜਪੂਤ ਨਾਲ ਜਿਹੜਾ ਸੰਬੰਧ ਰੱਖਦਾ ਸੀ, ਸੋ ਬੰਦਾ ਸਿੰਘ ਅੰਮ੍ਰਿਤ ਛਕਣ ਤੋਂ ਬਾਅਦ ਜਿਹੜਾ ਸਿੰਘ ਸਰਜੀਤ ਸੀ ਗੁਰਬਖਸ਼ ਸਿੰਘ ਉਹਦਾ ਜਿਹੜਾ ਨਾਂ ਦਿੱਤਾ ਸੀ ਉਹਨੂੰ। ਸੋ ਭਾਵੇਂ ਕਿ ਉਹ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਜਿਹੜਾ ਜ਼ਿਆਦਾ ਮਸ਼ਹੂਰ ਹੈ, ਪਰੰਤੂ ਅਸਲ ਨਾਂ ਜਿਹੜਾ ਅੰਮ੍ਰਿਤ ਛਕਣ ਤੋਂ ਬਾਅਦ ਜਿਹੜਾ ਉਹ ਨਾਂ ਜਿਹੜਾ ਗੁਰਬਖਸ਼ ਸਿੰਘ ਦਿੱਤਾ ਗਿਆ ਸੀ। ਸੋ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਸਿੱਖ ਸਾਮਰਾਜ ਨੂੰ ਜਿਹੜਾ ਐਸਟੈਬਲਿਸ਼ ਕੀਤਾ। ਸਿੱਖ ਸਾਮਰਾਜ ਨੂੰ ਐਸਟੈਬਲਿਸ਼ ਕਰਕੇ ਇੱਕ ਨਵਾਂ ਜਿਹੜਾ ਉਹਨੇ ਰੂਪ ਦਿੱਤਾ। ਇੱਕ ਇਕਨੋਮਿਕ ਟਰਾਂਸਫੋਰਮੇਸ਼ਨ ਦੇ ਤੌਰ 'ਤੇ ਵੀ ਉਹਨਾਂ ਜਿਹੜਾ ਜ਼ਿਮੀਂਦਾਰਾਂ ਦੇ ਜਿਹੜੇ ਜ਼ੁਲਮਾਂ ਕਿਸਾਨਾਂ ਨੂੰ ਜਿਹੜਾ ਜ਼ੁਲਮਾਂ ਤੋਂ ਜਿਹੜਾ ਬਚਾਇਆ। ਸੋ ਬੰਦਾ ਸਿੰਘ ਬਹਾਦਰ ਦਾ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਬਹੁਤ ਮਹੱਤਵਪੂਰਨ ਜਿਹੜਾ ਯੋਗਦਾਨ ਰਹੇਗਾ। ਥੈਂਕਸ।